बाणी गुरु गुरु है बाणी, विच बाणी अमृत सारे। गुर बाणी कह सेवक जन मानै, प्रताख गुरु निस्तारे। कोट पराध हमारे खंडह, अनक विधि समझाव। हम अज्ञान अल्प मत थोरी, तुम आपन बिरुद रखावहो। हम अज्ञान अल्प मत थोरी, तुम आपन बिरुद रखावहो। जुगो जुग अटल सतगुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰਮੁਖ ਪਿਆਰੇ ਸਤ ਸੰਗੀ ਜਨੋ, ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼, सतगुरु सच्चे पातशाह जी की रहमत है, जो सतगुरु जी की पावन पवित्र निकी हजूरी अंदर जुड़ बैठण का यह सुभाग आपां सबना नूं प्राप्त होया है। सतगुरु जी की मुबारक हजूरी अंदर जुड़ बैठ के आप की शाम के वक्त तो सतगुरु जी की रती बाणी के नितनेम उपरंत सत्कारयोग भाई साहब जी होरां पासों सतगुरु जी की रब्बी बाणी का मनोहर कीर्तन आप जियां ने श्रवण किया है। आओ जो भगत कबीर जी के श्लोकां की लड़ीवार विचार आरंभ हुई है, उस लड़ी के तहत जो ये रब्बी बचन रब्बी उपदेश भगत कबीर जी की रचना द्वारा उचारण हुए, उन्हों की विचार के नाल सांझ पाउण का यत्न करिए। अरदास करिए सतगुरु सच्चे पातशाह जी बख्शिश रहमत कृपा करन। सतगुरु जी विच आप वरत के इस रब्बी बाणी की विचार के नाल साडी सांझ पवा लैण। गुरमुखो, 22 श्लोकां की विचार हुण तक आपां सांझी कर चुके हाँ। अज की विचार अधीन भगत कबीर जी की रचना द्वारा प्रगट होया मुबारक रब्बी उपदेश, राम पदार्थ पाए कै कबीरा गांठ ना खोल। नहीं पटन नहीं पारखू, नहीं गाहक नहीं मोल। सतगुरु जी कृपा करन, बरीकी दे नाल इहदे आपां अर्थ भाव समझने ने। संसार की ज्यादातर तस्वीर है ये मोह, ये संसार पदार्थवादी सोच के अधीन है। मन दीयां इच्छावां की पूर्ति दे लई मुੱਢ दे नालों टुट गया। ये जीवन की तस्वीर ऐसी बन गई है। सतगुरु जी का एक बड़ा प्यारा रब्बी बचन है। आप जी कहते ने मनमुख मूलों भुलाया, विच लभ लोभ अहंकार। झगड़ा करदिया अन दिन गुजरै, शब्द ना करे विचार। मनमुख जिहदी सुरत दे उत्ते प्रभाव है लोभ दा, माया दे मोह दा ते हंकार दा। इहदे अंदर टिका सकून सबर संतोख कदाचित नहीं। मालिक दे हुक्म दी विचार कदे नहीं करेगा। बस अपने स्वार्थां
ਪਦਾਰਥਾਂ ਦੀ ਪੂਰਤੀ ਜਾਂ ਵਿਕਾਰਾਂ ਦੇ ਚਸਕਿਆਂ ਦੀ ਪੂਰਤੀ ਦੇ ਲਈ ਇਹ ਮਾਲਕ ਦੇ ਨਾਲ ਹਰ ਵਕਤ ਗਿਲੇ ਸ਼ਿਕਵੇ ਤੇ ਝਗੜਾ ਕਰੇਗਾ। ਸਤਿਗੁਰੂ ਕਿਰਪਾ ਕਰਨ, ਮੈਂ ਸਵੇਰੇ ਵੀ ਬੇਨਤੀ ਕੀਤੀ ਸੀ, ਤੁਸੀਂ ਮਹਿਸੂਸ ਕੀਤਾ ਹੋਵੇਗਾ ਕਈ ਵਾਰ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਜਿਸ ਗੁਰੂ ਦੇ ਕੋਲੋਂ ਸਿਦਕ ਦੀ ਦਾਤ ਮਿਲਦੀ ਹੈ, ਜਿਸ ਗੁਰੂ ਦੇ ਕੋਲੋਂ ਸੱਤ ਦੀ ਦਾਤ ਮਿਲਦੀ ਹੈ, ਬਹੁਤ ਸਾਰੇ ਐਸੇ ਜੀਵ ਆਪਾਂ ਦੇਖਾਂਗੇ ਜਿਹੜੇ ਸਵਾਰਥਾਂ, ਪਦਾਰਥਾਂ ਜਾਂ ਰਸਾਂ ਦੇ ਅਧੀਨ ਹੋਏ ਗੁਰੂ ਦੀ ਹਜ਼ੂਰੀ ਦੇ ਵਿੱਚ ਇਸ ਤਰੀਕੇ ਨਾਲ ਗੁਰੂ ਨਾਲ ਸ਼ਿਕਵੇ ਕਰਨਗੇ ਮਾਨੋ ਜਿਵੇਂ ਕੋਈ ਝਗੜਾ ਚੱਲ ਰਿਹਾ ਹੋਵੇ। ਕਾਰਨ ਕੀ? ਕਾਰਨ ਹੈ ਮਾਲਕ ਦੇ ਹੁਕਮ ਦੀ ਵਿਚਾਰ ਜੀਵਨ ਦੇ ਵਿੱਚੋਂ ਭੁੱਲ ਗਈ। ਕਾਰਨ ਇਹ ਸੱਚ, ਸਿਧਾਂਤ ਤੇ ਤੱਤ ਦੇ ਨਾਲੋਂ ਜੀਵਨ ਦੀ ਸਾਂਝ ਟੁੱਟ ਗਈ। ਕੇਵਲ ਸਰੀਰ ਦੀਆਂ ਜ਼ਰੂਰਤਾਂ ਨੂੰ ਜੀਵਨ ਦਾ ਮਕਸਦ ਸਮਝ ਬੈਠਾ। ਗੁਰਮੁਖੋ, ਜਿਹੜਾ ਸਰੀਰ ਦੀਆਂ ਲੋੜਾਂ ਨੂੰ ਜੀਵਨ ਦਾ ਮਕਸਦ ਸਮਝ ਲਵੇ, ਉਹਨੂੰ ਲੱਖ ਦਲੀਲਾਂ ਦੇ ਦੇ ਕੇ ਸਮਝਾਈਏ ਕਿ ਧਰਮ ਕਿੰਨਾ ਜ਼ਰੂਰੀ ਹੈ, ਪਹਿਲੀ ਗੱਲ ਤੇ ਉਹ ਸੁਣਨ ਨੂੰ ਤਿਆਰ ਨਹੀਂ ਹੋਵੇਗਾ। ਜੇ ਕਿਤੇ ਮਜਬੂਰੀ ਵਸ ਸੁਣਨਾ ਵੀ ਪਿਆ ਤੇ ਉਹਦੇ ਮਨ ਦੇ ਵਿੱਚ ਉਥਲ ਪੁਥਲ ਜੀ ਚੱਲੇਗੀ, ਤਰੀਕੇ ਦੇ ਨਾਲ ਸਮਝਣ ਦੀ ਕੋਸ਼ਿਸ਼ ਨਹੀਂ ਕਰੇਗਾ। ਭਗਤ ਕਬੀਰ ਜੀ ਕਹਿੰਦੇ ਨੇ, ਸੰਸਾਰ ਦੇ ਲੋਕਾਂ ਦੀ ਤਸਵੀਰ ਇਹੀ ਬਣ ਚੁੱਕੀ ਹੈ। ਜਿਸ ਤਰ੍ਹਾਂ ਧੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਿਤਾ ਜੀ ਦੇ ਰੱਬੀ ਬਚਨ ਆ ਨਾ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿਤ ਨ ਰਹਿਓ ਕੋਈ, ਭਾਈ ਬੰਦੀ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ, ਹੈ ਕਰਕੇ ਉਹੀ ਕਰੇਨ, ਗੱਲਾਂ ਪਿੱਟਣ ਸਿਰ ਖੋਹੇਨ। ਦੁਨੀਆ ਦੇ ਖਾਤਰ ਦੀਨ ਇਮਾਨ ਜੀਵਨ ਦਾ ਮਕਸਦ ਗਵਾ ਲਿਆ। ਸਰੀਰ ਦਾ ਜੀਵਨ ਤੇ ਸਾਰਾ ਭੋਗ ਲਿਆ, ਪਰ ਜੀਵਨ ਦਾ ਮਕਸਦ ਫੇਰ ਨਹੀਂ ਸਮਝ ਵਿੱਚ ਆਇਆ, ਝੋਲੀ ਫੇਰ ਵੀ ਖਾਲੀ। ਐਸੇ ਮਨੁੱਖ ਨੂੰ ਜਦੋਂ ਤੱਤ ਦੀ ਗੱਲ ਸਮਝਾਈਏ, ਐਸੇ ਮਨੁੱਖ ਨੂੰ ਜਦੋਂ ਸਿਧਾਂਤ ਦੀ ਗੱਲ ਸਮਝਾਈਏ, ਸੁਣਨ ਨੂੰ ਤਿਆਰ ਨਹੀਂ। ਕਾਰਨ ਕਿ ਉਹਦੇ ਉੱਤੇ ਮਾਇਆ ਦਾ, ਪਦਾਰਥਾਂ ਦਾ ਜਾਂ ਦੁਨੀਆ ਦੇ ਮੋਹ ਦਾ ਪ੍ਰਭਾਵ ਹੈ। ਭਗਤ ਕਬੀਰ ਜੀ ਕਹਿੰਦੇ, ਰਾਮ ਪਦਾਰਥ ਪਾਏ ਕੈ, ਕਬੀਰਾ ਗਾਂਠ ਨਾ ਖੋਲ। ਦੇਖ, ਜੇ ਤੈਨੂੰ ਰਾਮ ਪਦਾਰਥ ਦੀ ਤੱਤ ਦੀ ਸਮਝ ਆ ਗਈ, ਪ੍ਰਾਪਤ ਕਰ ਲਿਆ ਹੈ ਨਾ, ਹੁਣ ਤੂੰ ਲੋਕਾਂ ਦੇ ਵਿੱਚ ਦਾਅਵੇ ਨਾ ਕਰ, ਤੂੰ ਲੋਕਾਂ ਦੇ ਵਿੱਚ ਇਹਨੂੰ ਪ੍ਰਚਾਰ ਨਾ। ਸਭ ਤੋਂ ਪਹਿਲਾਂ ਇਸ ਤੱਤ ਨੂੰ ਆਪਣੇ ਜੀਵਨ ਦੇ ਵਿੱਚ ਕਮਾ। ਦੇਖ, ਹਰੇਕ ਦੇ ਨਾਲ ਜੇ ਤੂੰ ਸੋਚਦਾ ਹੈ ਕਿ ਮੈਂ ਲੋਕਾਂ ਦੇ ਵਿੱਚ ਦਾਅਵੇ ਕਰਕੇ ਸਾਬਤ ਕਰਾਂਗਾ ਤੱਤ ਮਿਲ ਗਿਆ ਹੈ, ਇਹ ਦੁਨੀਆ ਦੇ ਲੋਕਾਂ ਨੇ ਤੇਰੇ ਤੱਤ ਨੂੰ ਸਮਝਣਾ ਨਹੀਂ। ਕਿਉਂ? ਉਹਦਾ ਕਾਰਨ ਨਹੀਂ ਪਟਣ, ਨਹੀਂ ਪਾਰਖੂ, ਨਹੀਂ ਗਾਹਕ, ਨਹੀਂ ਮੋਲ। ਇਸ ਦੁਨੀਆ ਵਿੱਚ ਨਾ ਕੋਈ ਐਸੀ ਮੰਡੀ ਹੈ, ਇਸ ਦੁਨੀਆ ਵਿੱਚ ਨਾ ਕੋਈ ਐਸਾ ਪਾਰਖੂ ਜੌਹਰੀ ਹੈ, ਇਸ ਦੁਨੀਆ ਦੇ ਵਿੱਚ ਨਾ ਕੋਈ ਐਸਾ ਖਰੀਦਦਾਰ ਹੈ, ਤੇ ਇਸ ਦੁਨੀਆ ਦੇ ਵਿੱਚ ਨਾ ਕੋਈ ਐਸਾ ਹੈ ਜਿਹੜਾ ਇਹਦੀ ਕੀਮਤ ਨੂੰ ਜਾਣਦਾ ਹੋਵੇ ਤੇ ਕੀਮਤ ਦੇ ਸਕੇ। ਇਸ ਕਰਕੇ ਕੋਸ਼ਿਸ਼ ਕਰ, ਜੀਵਨ ਦਾ ਤੱਤ ਮਿਲ ਗਿਆ ਤੇ ਜੀਵਨ ਵਿੱਚ ਕਮਾ ਲੈ। ਭਗਤ ਜੀ ਦਾ ਅਗਲਾ ਮੁਬਾਰਕ ਸ਼ਲੋਕ, ਕਬੀਰ ਪ੍ਰੀਤ, ਕਬੀਰ ਤਾਂ ਸਿਉ ਪ੍ਰੀਤ ਕਰ, ਜਾਂ ਕੋ ਠਾकुर राम, पंडित राजे भूपति, आवह कौने का। पहले श्लोक में वचन किया सी, गढ़ ना खोली। क्यों? क्योंकि जेडे दुनिया के लोग ने इन्हां दी सोच उस पासे नहीं। एक काम जरूर करी कि उन्हां दे नाल सांझ बना ली जीवन की, उन्हां दे नाल प्रीत करी। किन्हां दे नाल? जान को ठाकुर राम, जिन्हां ने अपना मालक वाहिगुरु परमात्मा नूं मन्निया, जिहड़े एक दे नाल जुड़े। जीवन के तत्त की गल करनी ते उन्हां नाल करी जिहड़े उस मार्ग के राही होणगे, जिन्हां नूं उस मार्ग की समझ ही कोई नहीं। मैं बेनती करा, उन्हां दे सामने ते इस तरह है मानो जिवें किसी पशु के सामने ढोल वजाउणा जां बीन वजाउणी। गुरु कृपा करे,
नुक्ते नूं बरीकी नाल समझना। मैं पशु शब्द वरतिया है, उसका कारण है हजूर पातशाह जी ने बड़ा प्यारा एक रबी बचन बख्शे। आप जी कहते सतगुर पुरख ना सेवियो, शब्द ना कीतो विचार, ओए मानस जून ना आखियां, पशु ढोर गावार। जिन्हां ने सतगुरु परमात्मा का हुक्म नहीं मन्निया, जिन्हां ने सतगुरु के शब्द की विचार कदे जीवन में नहीं की कि मेरा जीवन की ते सतगुरु जी शब्द विच की कह रहे ने, उन्होंने मनुख नहीं, उन्होंने ये समझना पशु ढोर गावार। सतगुरु कृपा कर। कबीर तां प्रीत कर, जाको ठाकुर राम। प्रीत ओदे नाल करी, साझ ओदे नाल बनावी जिन्हें अपना मालिक केवल परमात्मा नूं बनाया है। परमात्मा नूं छड्ड के थां थां ते साझां नहीं पाईयां होईयां। वेखी किते मनमुख दे नाल साझ ना बन जाए। बड़ा प्यारा शब्द जो मैं विचार साझी कर रहा सी। मनमुख मूलों भुलायन, विच लभ लोभ अहंकार, झगड़ा करदियां अणदिन गुजरै, शब्द ना करे विचार, सुध मत करता हिर लई, बोलन सब विकार, दिता कितै ना संतोखियां, अंदर तृष्णा बहुत, अज्ञान अंधार, नानक मन मुखा नालों टुटिया भरी, जिन माया मोह प्यार। ऐसे लोगों के नालों साझ तोड़ दे जिन्होंने मालिक की कीती दे उत्ते सबर नहीं आया, जिन्होंने मालिक की कीती दे उत्ते सिदक नहीं टिकिया। गुरमुखो, मैं कई बार हैरान होना, सतगुरु सच्चे पातशाह जी ने कितना प्यारा सिद्धांत बख्शिया। आप जी कहते ने माथा जो धुर लिखिया, सो मेट ना सकै कोई, नानक जो लिखिया सो वरतदा, सो बुझै जिसनों नदर होए। मैं कई बार सोचदा कि मालिक के बचनों ते कभी सिदक टिकिया। जो मालिक ने मुकर्रर किया उन्होंने कोई मेट नहीं सकता। जो मालिक ने मुकर्रर कर दिता है वो वरतदा है। इसनों बुझदा समझदा वही है, समझ लेना जिस दे उपर मालिक की बख्शिश रहमत हो गई। दुखांत है मनुख का, मालिक का सिद्धांत रब्बी बाणी में दृढ़ करवाया, फिर भी उहदे ते यकीन सिदक नहीं बनया। होया कि दिता कितै ना संतोखियां, जो मालिक ने दिता उहदे ते किते संतोख ही नहीं टिकिया। अंदर तृष्णा बहुत, अज्ञान अंधार। ऐसे स्वार्थी मनुख के नाल साझ पाओगे ना, मैं बेनती करा वक्त आउण ते कदे भी जीवन को धोखा दे के चले जाएगा। इसलिए भगत जी कहते हैं, कबीर तां स्यों प्रीत कर, प्रीत साझ ओदे नाल बना, जाको ठाकुर राम, जिन्हें अपना मालिक परमात्मा नूं बनाया है। जे चाहना है ना पढ़िया मैं जीवन में कामयाबी हासिल कर ला, जे चाहना मैं जीवन दे विच कदे भी दुखों का सामना ना करा ते मंजिल ते पहुंच जावां, एक गल जीवन में याद रखी, इस मार्ग ते चलदियां पंडित राजे भूपति आवे कौने काम। ये वड्डे वड्डे राजे जिन्हां दी खुशामदा करदा है, वड्डे वड्डे जमीनां दे मालक, वड्डे वड्डे ग्रंथां दे ज्ञाता विद्वान पंडित अखवाउण वाले उस मार्ग ते तेरे कदे कम नहीं आ सकते। ये वेखी किते उन्हां दे नाल साझ पा के ना बैठी, साझ पाउणी उहदे नाल पावी जिन्हां ने अपना मालिक परमात्मा नूं बनाया है। सच्ची बैसक तिन्ना संग, गुरमुख सौ कर दोस्ती। गुरु कृपा करे नुकता पकड़ विच आ जाए। गुरमुख दे नाल दोस्ती, सतगुर सौ लाए चित, जमन मरण का मूल कटिए, तां सुख होवी मित। तेरे चित विच तेरे सतगुरु का हुक्म होवे, तेरे जीवन के जीवन के लिए कार विहार गुरमुखा नाल बनिया होवे, जमन मरण का मोढ़ ही खत्म हो जाएगा।
याद रखी मित्रा, तेरे जीवन दे विच सुख ही सुख प्रगट होणगे, सुख तेरे मित्र बन जाणगे। इसलिए हिदायत की प्रीत उहदे नाल करी जिन्हें अपना मालिक परमात्मा नूं बनाया। मैं कई बार समाज की तस्वीर देखदा हैरान होना, असीं साझा उहदे नाल बना लईने जिहड़ा पहिलां मनुक्खां नूं अपना मालिक समझी बैठा है, व्यक्तियों नूं ही अपना मालिक समझी बैठा है, साझा उन्हां नाल बना लईने। गुरु कृपा करे इस नुकते की समझ आ जाए। सतगुर साहिब छड्ड के मनमुख होए, बंदे दा बंदा जिहड़ा पहिलां ही बंदियां दे नाल जुड़िया, बंदियां नूं मालिक समझी बैठा है। मैं बेनती करा, लख तरले कर लो ते लख यतन कर लो, वो कदे भी साडे जीवन के मकसद दे विच सानू कामयाबी नहीं दवा सकता। गुरु कृपा करे असीं जाके जुड़ते तो इसे लिए ना, जीवन के मकसद विच कामयाब हो जाइए, नहीं दवा सकता। कारण की जिहड़ा आप ही मुੱਢ दे नालों टुटिया है, भरिओ वो सानू हरियाली हरी भरी छां कित्थों देऊ। जिहड़ा आप ही मुੱਢ दे नालों उखड़िया है, मैं बेनती करा उहदे फलां दे विच रस कित्थों भरू। वो जिहड़े रुख दे फल दे विच रस ही नहीं हुंदा, मैं बेनती करा वो किसी की तृप्ति की करवाएगा। जिहड़ा किसी की तृप्ति ही नहीं करवा सकता, मैं बेनती करा फिर किसी के जीवन का मकसद पूरा किवें करवा सकता। सतगुरु कृपा करन किते इस नुकते की समझ आ जाए। मैं वेख्या पंछी सुके हुए रुखां दे फल कदे नहीं खाते। हरिया रुख होवे ना, फल पक्का होवे, रस पर नाल भरिया होया लटक रहा होवे, पंछी उहदे उत्ते आके ते फल खांदे ने, बैठदे ने। मैं बेनती करा जिहड़े फुल टहनियों टुट जाते हैं, उन्हां फुल्लां तो कदे भौरे आके खुशबू नहीं जे लैंदे। दुखांत मनुख दा बन गया जिहड़े आप मुੱਢ दे नालों टुटे ते बंदियां दे नाल जुड़े हुए सी। असीं जीवन दा तत्त उन्हां दे कोल लभण दे लई भटकदे फिरदे हां, कदे लभेगा। गुरु कृपा करे इस नुकते की समझ आ जाए। हजूर जी कहते भड़िया तू चाहुंदा ये है ना कि तैनूं जीवन का सुख मिल जे, सुख तेरे मित्र बन जाण। सुख का अर्थ जीवन नाल जुड़िया जी, शरीर का सुख नहीं, शरीर दीयां जरूरतां हुंदियां ने, शरीर के रस होंदे ने, शरीर के स्वाद होंदे ने। सुख केवल जीवन का होंदा है। जीवन का अर्थ जिहड़ा जन्म तो लैके मरण तक भोगदे हैं। गुरु कृपा करे जीवन के सुख मित्र बन जाण। इहदे लई हजूर जी कहते एक काम कर लै, गुरमुख सौ कर दोस्ती, सतगुर सौ लाए चित। वो तेरा चित तेरे सतगुरु नाल जुड़िया होवे ते गुरमुखां दे नाल तेरा उठण बैठण होवे। जम्मण मरण का मूल कट्टी है, वो जम्मण मरण दीयां जड़ां पुट्टियां जाणगियां तां सुख होवे मित। याद रखी तेरे आत्मक जीवन दे लई सुख तेरे जीवन दे मित्र बन जाणगे। कितना प्यारा नुकता, कितना प्यारा सिद्धांत। गुरमुख दे नाल दोस्ती की गल करदे भाई साहब भाई गुरदास जी के बड़े मुबारक बचन। आप जी कहते गुरमुख पंथ सुहावड़ा। गुरमुख के जीवन का रस्ता बड़ा सोहना है। मनमुख 12 वाट फिरंदे। मनमुख 12 वाट का अर्थ है सनातन मत विच 12 जमातां ने, जिन्हां च सन्यासी ब्रह्मचारी सारे आपां मिथदे, जोगी जंगम आदਿਕ। मनमुख कदे एक दे नाल नहीं जे जुड़दा, वो कदी किसी रस्ते को अपनाउंदा है, कदी किसी रस्ते को अपनाउंदा है। कदी कोई तरीका वरतेगा तो कदी कोई तरीका जीवन की कामयाबी नहीं वरतेगा, एक दे नाल नहीं जुड़दा। गुरमुख पंथ सुहावड़ा, मनमुख 12 वाट फिरंदे। गुरमुख जीवन मुक्त कर, मनमुख भवजल विच डुबंदे। गुरमुख गुरु दे नाल जुड़िया है। सतगुरु की रब्बी बाणी शब्द की विचार के नाल अपना जीवन विकारां तो मुक्त कर लैंदा है ते मनमुख मनुख के नाल जुड़िया है। भव सागर दे विच डुब के गर्क हो जाता है उसका जीवन। गुरमुख पार लंघाएगा। वह गुरमुख के कोल बैठोगे, गुरमुख सतगुरु की बाणी की विचार समझाएगा
ਸੁਭਾਵਕ ਹੈ ਸਾਡਾ ਜੀਵਨ ਵਿਕਾਰਾਂ ਦੀ ਨਦੀ ਦੇ ਵਿੱਚ ਡੁੱਬਣੋਂ ਬਚ ਜਾਏਗਾ ਤੇ ਪਾਰ ਹੋ ਜਾਏਗਾ। ਗੁਰਮੁਖ ਪਾਰ ਲੰਘਾਏਗਾ, ਮਨਮੁਖ ਭਵਜਲ ਵਿੱਚ ਡੁਬੰਦੇ। ਗੁਰਮੁਖ ਜੀਵਨ ਮੁਕਤ ਕਰ, ਮਨਮੁਖ ਫਿਰ ਜਨਮ ਮਰੰਦੇ। ਗੁਰਮੁਖ ਪਾਰ ਲੰਘਾਏਗਾ, ਮਨਮੁਖ ਭਵਜਲ ਵਿੱਚ ਡੁਬੰਦੇ। ਗੁਰੂ ਕਿਰਪਾ ਕਰੇ ਉਸ ਮਨੁੱਖ ਦੇ ਨਾਲ ਸਾਂਝ ਪਾਓਗੇ ਜਿਹੜਾ ਪਹਿਲਾਂ ਹੀ ਮਨੁੱਖ ਦੇ ਨਾਲ ਜੁੜਿਆ ਹੋਇਆ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਉਹ ਸੱਜਣੋ ਭਵ ਸਾਗਰ ਦੇ ਵਿੱਚ ਡੋਬ ਕੇ ਰੱਖ ਦੇਗਾ ਤੁਹਾਨੂੰ। ਚਾਹੁੰਦੇ ਹੋ ਕਿ ਅਸੀਂ ਭਵ ਸਾਗਰ ਤੋਂ ਪਾਰ ਹੋ ਜਾਈਏ, ਚਾਹੁੰਦੇ ਹੋ ਦੁੱਖਾਂ ਦੇ ਸਾਗਰ ਤੋਂ ਪਾਰ ਹੋ ਜਾਈਏ, ਫਿਰ ਇੰਜ ਕਰਿਓ, ਗੁਰਮੁਖ ਸਹੁੰ ਕਰ ਦੋਸਤੀ, ਸਤਿਗੁਰ ਸਹੁੰ ਲਾਏ ਚਿਤ। ਜੰਮਣ ਮਰਨ ਕਾ ਮੂਲ ਕੱਟੀਐ, ਤਾਂ ਸੁਖ ਹੋਵੀ ਮਿੱਤ। ਭਗਤ ਕਬੀਰ ਜੀ ਦੇ ਮੁਬਾਰਕ ਬਚਨ। ਕਬੀਰ ਤਾਂ ਸਿਓ ਪ੍ਰੀਤ ਕਰ, ਪ੍ਰੀਤ ਉਹਦੇ ਨਾਲ ਕਰੀ, ਸਾਂਝ ਉਹਦੇ ਨਾਲ ਬਣਾਵੀ, ਸੱਚੀ ਬੈਸਕ ਉਹਨਾਂ ਦੇ ਨਾਲ ਰੱਖੀ। ਬੈਸਕ ਦਾ ਅਰਥ ਹੁੰਦਾ ਬਹਿਣਾ ਉੱਠਣਾ, ਆਪਣਾ ਬਹਿਣਾ ਉੱਠਣਾ ਉਹਨਾਂ ਦੇ ਨਾਲ ਰੱਖੀ। ਕਿਹਨਾਂ ਦੇ ਨਾਲ? ਜਾਣ ਕੋ ਠਾਕੁਰ ਰਾਮ, ਜਿਨ੍ਹਾਂ ਨੇ ਆਪਣਾ ਮਾਲਕ ਪ੍ਰਮਾਤਮਾ ਨੂੰ ਮੰਨਿਆ, ਜਿਹੜੇ ਇੱਕ ਦੇ ਨਾਲ ਜੁੜੇ, ਜਿਹੜੇ ਪ੍ਰਮਾਤਮਾ ਦੇ ਨਾਲ ਜੀਵਨ ਦੀ ਸਾਂਝ ਪਾ ਕੇ ਜੁੜ ਕੇ ਬੈਠੇ ਹੋਏ ਨੇ। ਗੁਰਮੁਖੋ, ਧੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਵਕਤ ਸਿੱਧ ਲੋਕਾਂ ਦੇ ਕੋਲ ਪਹੁੰਚੇ ਸੀ, ਸਭ ਤੋਂ ਪਹਿਲਾਂ ਉਹਨਾਂ ਨੇ ਇੱਕ ਸਵਾਲ ਕੀਤਾ ਸੀ। ਉਹਨਾਂ ਨੇ ਇੱਕ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਖਿੜਿਆ ਹੋਇਆ ਫੁੱਲ ਸਤਿਗੁਰੂ ਜੀ ਨੂੰ ਦਿੱਤਾ, ਜਿਹਦੇ ਵਿੱਚ ਇੱਕ ਰਮਜ ਸੀ। ਗੁਰੂ ਨਾਨਕ ਜੀ, ਸਾਡਾ ਪੰਥ ਖਿੜੇ ਹੋਏ ਫੁੱਲ ਦੀ ਤਰ੍ਹਾਂ ਚ, ਇਹਦੇ ਵਿੱਚ ਮਹਿਕ ਬੜੀ ਹੈ ਰਿੱਧੀਆਂ ਸਿੱਧੀਆਂ ਦੀ, ਇਹਦੇ ਵਿੱਚ ਖੁਸ਼ਬੂ ਬਹੁਤ ਹੈ ਰਿੱਧੀਆਂ ਸਿੱਧੀਆਂ ਦੀ। ਲੋਕ ਆਉਂਦੇ ਨੇ ਸਾਡੀਆਂ ਰਿੱਧੀਆਂ ਸਿੱਧੀਆਂ ਦੇ ਨਾਲ ਪ੍ਰਭਾਵਿਤ ਹੁੰਦੇ ਨੇ ਤੇ ਸਾਡੇ ਨਾਲ ਜੁੜਦੇ ਨੇ। ਸਾਡੇ ਪੰਥ ਵਿੱਚ ਆ ਜਾਓ, ਇਹਨਾਂ ਰਿੱਧੀਆਂ ਸਿੱਧੀਆਂ ਦੇ ਮਾਲਕ ਹੋਵੋਗੇ ਤੁਸੀਂ ਤੇ ਬੜੀ ਪੂਜਾ ਹੋਵੇਗੀ। ਖਿੜਿਆ ਹੋਇਆ ਫੁੱਲ ਤੁਹਾਨੂੰ ਬਣਾ ਕੇ ਰੱਖਾਂਗੇ। ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਫੁੱਲ ਸਤਿਗੁਰੂ ਜੀ ਦੇ ਸਾਹਮਣੇ ਉਹਨਾਂ ਨੇ ਪੇਸ਼ ਕੀਤਾ ਨਾ, ਗੁਰੂ ਨਾਨਕ ਸਾਹਿਬ ਜੀ ਨੇ ਸਿਰ ਫੇਰ ਦਿੱਤਾ। ਹਜ਼ੂਰ ਜੀ ਕਹਿਣ ਲੱਗੇ, ਸਿੱਧ ਲੋਕੋ, ਮੈਂ ਉਹ ਫੁੱਲ ਨਹੀਂ ਬਣਨਾ ਚਾਹੁੰਦਾ ਜਿਹਦੇ ਵਿੱਚ ਇਹ ਮਹਿਕ ਹੈ। ਹੈਰਾਨਗੀ ਦੀ ਗੱਲ, ਸਾਰੇ ਚਾਹੁੰਦੇ ਨੇ ਖੁਸ਼ਬੂ ਦੇ। ਗੁਰੂ ਨਾਨਕ ਸਾਹਿਬ ਜੀ ਨੇ ਮਹਿਕ ਵਾਲੇ ਫੁੱਲ ਨੂੰ ਕਬੂਲਿਆ ਕਿਉਂ ਨਾ? ਜਿਹੜਾ ਬਚਨ ਕੀਤਾ ਬਰੀਕੀ ਨਾਲ ਸਮਝਣਾ। ਹਜ਼ੂਰ ਜੀ ਕਹਿਣ ਲੱਗੇ, ਸਿੱਧ ਲੋਕੋ, ਮੈਂ ਉਹ ਫੁੱਲ ਚਾਹੁੰਦਾ ਹਾਂ ਜਿਸ ਫੁੱਲ ਦੀ ਮਹਿਕ ਤੇ ਨਹੀਂ ਹੈ, ਪਰ ਜਦੋਂ ਫੁੱਲ ਝੜ ਜਾਂਦਾ ਹੈ ਨਾ, ਉਸ ਥਾਂ ਤੇ ਫਲ ਲੱਗਦਾ ਹੈ। ਉਹ ਫਲ ਜਦੋਂ ਪੱਕਦਾ ਹੈ, ਉਹਦੇ ਵਿੱਚ ਰਸ ਭਰ ਜਾਂਦਾ ਹੈ। ਉਹ ਫਿਰ ਰਸ ਜਿਹੜਾ ਵੀ ਇੱਕ ਵਾਰ ਲੈਂਦਾ ਹੈ, ਉਹਦਾ ਜੀਵਨ ਤ੍ਰਿਪਤ ਕਰਕੇ ਰੱਖ ਦਿੰਦਾ ਹੈ। ਉਹ ਫੁੱਲ ਨਹੀਂ ਚਾਹੀਦਾ ਸਵੇਰੇ ਖਿੜਿਆ ਸ਼ਾਮ ਨੂੰ ਮੁਰਝਾ ਗਿਆ। ਫੁੱਲ ਉਹ ਫੁੱਲ ਤੇ ਝੜ ਗਿਆ ਹੈ, ਪਰੰਤੂ ਉੱਥੇ ਫਲ ਲੱਗ ਗਿਆ ਹੈ। ਆਪ ਜੀ ਨੂੰ ਗਿਆਤ ਹੋਵੇਗਾ ਬਨਸਪਤੀ ਦਾ ਖਿਆਲ, ਜਿਹੜੇ ਸਮਝਣ ਵਾਲੇ ਨੇ, ਜਿਹੜੇ ਫੁੱਲਾਂ ਦੇ ਵਿੱਚ ਖੁਸ਼ਬੂ ਹੁੰਦੀ ਹੈ ਨਾ, ਉਹ ਫੁੱਲ ਝੜਦੇ ਨੇ ਤੇ ਉੱਥੇ ਫਲ ਨਹੀਂ ਜੇ ਲੱਗਦਾ, ਤੇ ਜਿਹੜੇ ਫੁੱਲ ਝੜ ਕੇ ਫਲ ਲੱਗਦਾ ਹੈ, ਉਹਨਾਂ ਫੁੱਲਾਂ ਦੇ ਵਿੱਚ ਮਹਿਕ ਨਹੀਂ ਹੁੰਦੀ ਜਿਹੜੇ ਭੌਰੇ ਆ ਕੇ ਲੈ। ਤੁਸੀਂ ਕਦੇ ਅੰਬਾਂ ਦਾ ਫਲ ਦੇਖਿਆ? ਜਿੱਥੇ ਅੰਬ ਲੱਗਦਾ ਉਸ ਤੋਂ ਪਹਿਲਾਂ ਬੂਰ ਪੈਂਦਾ ਹੈ, ਉਸ ਤੋਂ ਪਹਿਲਾਂ ਫੁੱਲ ਖਿੜਦਾ ਹੈ। ਤੁਸੀਂ ਗੌਰ ਕਰਨਾ, ਕਈ ਵੇਲਾਂ ਨੂੰ ਫਲ ਲੱਗਣ ਤੋਂ ਪਹਿਲਾਂ ਫੁੱਲ ਖਿੜਦੇ ਨੇ, ਫੁੱਲ ਝੜਦੇ ਨੇ ਤੇ ਫਿਰ ਫਲ ਉੱਥੇ ਲੱਗਦਾ ਹੈ। ਪਰ ਉਹਨਾਂ ਫੁੱਲਾਂ ਦੇ ਵਿੱਚ ਐਸੀ ਮਹਿਕ ਨਹੀਂ, ਖੁਸ਼ਬੂ ਨਹੀਂ ਕਿ ਜਿਹੜੇ ਹਾਰ ਬਣਾਏ ਜਾਣ ਉਹਨਾਂ ਦੇ ਤੇ ਕਿਸੇ ਦੇ ਗਲੇ ਦਾ ਸ਼ਿੰਗਾਰ ਬਣਦੇ ਹੋ। ਕਿਉਂ? ਬੇਸ਼ੱਕ ਉਹਦੇ ਵਿੱਚ ਮਹਿਕ ਨਹੀਂ, ਉਹ ਆਪਣਾ ਆਪ ਖਤਮ ਕਰਕੇ ਫਲ ਨੂੰ ਜਨਮ ਦਿੰਦਾ ਹੈ। ਗੁਰੂ ਕਿਰਪਾ ਕਰੇ। ਖੈਰ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਦੇ ਜਵਾਬ ਤੋਂ ਨਿਰਉੱਤਰ ਹੋ ਗਏ। ਕਹਿਣ ਲੱਗੇ, ਗੁਰੂ ਨਾਨਕ ਜੀ, ਸਾਡੇ ਤੱਕ ਤੇ ਤੁਸੀਂ ਵੀ ਪਹੁੰਚ ਗਏ ਹੋ, ਅਸੀਂ ਤੇ ਇੱਥੇ ਪਹੁੰਚੇ ਸੀ ਰੱਬ ਦੀ ਤਲਾਸ਼ ਲਈ, ਤੁਸੀਂ ਫਿਰ ਕਿਹਦੀ ਤਲਾਸ਼ ਵਿੱਚ ਨਿਕਲੇ ਹੋ? ਰੱਬ ਦੀ ਤਲਾਸ਼ ਵਿੱਚ ਹੀ ਹੋ ਨਾ? ਸਾਡੇ ਦੋਨਾਂ ਦਾ ਮਕਸਦ ਇੱਕ ਹੀ ਹੈ ਨਾ? ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਨਹੀਂ ਸੱਜਣੋ, ਤਲਾਸ਼ ਉਹਦੀ ਕਰਾਂਗਾ ਜਿਹੜਾ ਗਵਾਚਾ ਹੋਵੇ। ਮੇਰਾ ਮਾਲਕ ਨਹੀਂ ਗਵਾਚਾ, ਗਵਾਚੇ ਤੇ ਅਸੀਂ ਪਏ ਹਾਂ, ਭਟਕਦੇ ਤੇ ਅਸੀਂ ਪਏ ਹਾਂ। ਕਹਿਣ ਲੱਗੇ, ਕਿਹਦੀ ਤਲਾਸ਼ ਵਿੱਚ ਹੋ?
ਰੱਬੀ ਬਚਨ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਪੜ੍ਹਦੇ ਆ, ਗੁਰਮੁਖ ਖੋਜਤ ਭਇਓ ਉਦਾਸੀ। ਮੈਂ ਉਹਨਾਂ ਦੀ ਖੋਜ ਵਿੱਚ ਨਿਕਲਿਆ, ਕਿਤੇ ਉਹਨਾਂ ਦਾ ਸੰਗ ਮਿਲ ਜਾਏ ਮੈਨੂੰ, ਜਿਹੜੇ ਗੁਰੂ ਨੂੰ ਮੁੱਖ ਰੱਖ ਕੇ ਆਪਣਾ ਜੀਵਨ ਬਤੀਤ ਕਰਦੇ, ਗੁਰੂ ਦੇ ਨਾਲ ਜੁੜੇ। ਗੁਰੂ ਨਾਨਕ ਸਾਹਿਬ ਜੀ ਨੇ ਜੇ ਕਿਸੇ ਦੇ ਕੋਲੋਂ ਬੈਠਣ ਦੇ ਲਈ, ਕਿਸੇ ਦੇ ਕੋਲ ਰਹਿਣ ਦੇ ਲਈ, ਕਿਸੇ ਦਾ ਸੰਗ ਕਰਨ ਦੇ ਲਈ ਦਰਵਾਜ਼ਾ ਖੜਕਾਇਆ ਹੈ, ਮੈਂ ਬੇਨਤੀ ਕਰਾਂ ਉਹ ਭਾਈ ਲਾਲੋ ਸੀ। ਉਹ ਗੁਰਮੁਖ ਸਹੁੰ ਕਰ ਦੋਸਤੀ, ਜਿਹਦੇ ਜੀਵਨ ਦੇ ਵਿੱਚ ਵਾਹਿਗੁਰੂ ਪ੍ਰਮਾਤਮਾ ਦੇ ਨਾਲ ਸਾਂਝ ਬਣੀ ਹੋਈ। ਗੁਰੂ ਕਿਰਪਾ ਕਰੇ। ਪੰਡਤ ਰਾਜੇ ਭੂਪਤੀ ਆ ਮੈਂ ਕੌਨੇ ਕਾਮ। ਵੇਖੀ ਕਿਤੇ ਇਹਨਾਂ ਲੋਕਾਂ ਦੇ ਨਾਲ ਸਾਂਝਾ ਨਾ ਪਾ ਬੈਠੀ। ਇਹ ਹੋ ਸਕਦਾ ਤੇਰੇ ਸਰੀਰ ਦੀਆਂ ਜ਼ਰੂਰਤਾਂ ਕੁਛ ਹੱਦ ਤੱਕ ਪੂਰੀਆਂ ਕਰਦੇ, ਸਰੀਰਕ ਰਸਤੇ ਤੈਨੂੰ ਦੇ ਸਕਦੇ ਨੇ ਕੁਛ ਹੱਦ ਤੱਕ, ਪਰ ਤੇਰੇ ਜੀਵਨ ਦਾ ਸੁੱਖ ਇਹਨਾਂ ਕੋਲੋਂ ਨਹੀਂ ਮਿਲਣਾ। ਸ਼ਲੋਕ ਵਿੱਚ ਅੱਗੇ ਬਚਨ ਕਰਦੇ ਨੇ ਕਬੀਰ, ਪ੍ਰੀਤ ਇੱਕ ਸਿਉ ਕੀਏ ਆਣ ਦੁਬਦਾ ਜਾਏ। ਕਿਉਂ ਕਿਹਾ ਗਿਆ ਹੈ ਕਿ ਉਹਦੇ ਨਾਲ ਸਾਂਝ ਪਾ ਜਿਹਨੇ ਰੱਬ ਨੂੰ ਮਿੱਤਰ ਬਣਾਇਆ ਹੈ? ਕਿਉਂਕਿ ਜਦੋਂ ਇੱਕ ਦੇ ਨਾਲ ਕੋਈ ਪ੍ਰੀਤ ਪਾਉਂਦਾ ਹੈ, ਉਹਦੇ ਜੀਵਨ ਦੇ ਵਿੱਚੋਂ ਸਹਿਮ, ਡਰ, ਦੁਬਦਾ ਦਾ ਅਰਥ ਹੁੰਦਾ ਹੈ ਦੁਚਿੱਤਾਪਣ। ਕਿਤੇ ਇੱਧਰ ਵੀ ਜੁੜ ਜਾਵਾਂ, ਕਿਤੇ ਇਹ ਨਾ ਹੋਵੇ ਕਿ ਡੁੱਬ ਜਾਵਾਂ ਜਾਂ ਆਹ ਹੋ ਜਾਏਗਾ, ਆਹ ਹੋ ਜਾਏਗਾ। ਦੋਨਾਂ ਬੇੜੀਆਂ 'ਚ ਪੈਰ ਰੱਖਣਾ ਉਹ ਖਤਮ ਹੋ ਜਾਂਦੀ ਹੈ। ਉਹਦੇ ਵਾਸਤੇ ਭਾਵੈ ਲਾਂਬੇ ਕੇਸ ਕਰ, ਭਾਵੈ ਘਗਰ ਮੁੰਡਾਏ। ਭਾਵੇਂ ਕੋਈ ਆਪਣੀਆਂ ਜਟਾਵਾਂ ਵਧਾ ਲਵੇ, ਭਾਵੇਂ ਰੋੜ ਕਰ ਲਵੇ, ਉਹਦੇ ਨਾਲ ਫਰਕ ਨਹੀਂ ਜੇ ਪੈਣਾ। ਫਰਕ ਕਿਹਦੇ ਨਾਲ ਪੈਣਾ? ਪ੍ਰੀਤ ਇੱਕ ਪਰਮਾਤਮਾ ਦੇ ਨਾਲ ਪਾਉਣੀ। ਇਸ ਸ਼ਲੋਕ ਦੀ ਵਿਚਾਰ ਕਰ ਨੂੰ ਫਿਰ ਖੋਲਾਂਗਾ, ਕਿਉਂਕਿ ਸਾਡੇ 'ਚ ਇੱਕ ਭਰਮ ਜਿਹਾ ਬਣ ਗਿਆ ਹੈ ਕਿ ਭਗਤ ਕਬੀਰ ਜੀ ਨੇ ਜਿਹੜਾ ਸ਼ਲੋਕ ਕਿਹਾ ਹੈ ਨਾ, ਭਾਵੈ ਲਾਂਬੇ ਕੇਸ ਕਰ, ਭਾਵੈ ਘਗਰ ਮੁੰਡਾਏ, ਇਹਦਾ ਅਰਥ ਤਕਰੀਬਨ ਮੈਂ ਵੇਖਿਆ ਹੈ ਜ਼ਿਆਦਾਤਰ ਉਹ ਲੋਕ ਵਰਤਣ ਲੱਗ ਪਏ ਨੇ ਜਿਹੜੇ ਸਤਿਗੁਰੂ ਜੀ ਦੀ ਬਖਸ਼ੀ ਮੋਹਰ ਤੋਂ ਇਨਕਾਰੀ ਹੋ ਗਏ ਨੇ। ਵੇਖੋ ਜੀ, ਭਗਤ ਕਬੀਰ ਜੀ ਨੇ ਵੀ ਕਿਹਾ ਭਾਵੇਂ ਕੇਸ ਰੱਖੋ ਤੇ ਭਾਵੇਂ ਬਣਾ ਲਓ। ਮੈਂ ਕੱਲ੍ਹ ਨੂੰ ਇਸ ਨੁਕਤੇ ਤੇ ਵਿਚਾਰ ਕਰਾਂਗਾ, ਭਗਤ ਕਬੀਰ ਜੀ ਦਾ ਭਾਵ ਕੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰ। ਅੱਜ ਇੱਥੇ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਮੁਆਫੀ ਦੇਣੀ, ਪਿਆਰ ਦੇ ਵਿੱਚ ਭੇਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ